ਪਹਿਲੇ ਗਰੁੱਪ ਵਿੱਚ ਬਲਜੀਤ ਸਿੰਘ ਨੇ ਉੱਪਰ ਲਿਖਿਆ ਹੈ, ਕਰਨ ਨਾਲ ਨਹੀਂ ਮਿਲਦਾ, ਛੱਡਣ ਨਾਲ ਕਿਰਪਾ ਹੋ ਸਕਦੀ ਹੈ। ਕਹਿੰਦਾ ਤੁਹਾਨੂੰ ਸੁਣ ਕੇ ਇਹ ਗੱਲ ਸਮਝ ਵਿੱਚ ਆਈ, ਪਰ ਕਈ ਸਿੱਖ ਕਥਾਵਾਚਕ ਐਵਰੀਡੇ ਰੋਜ਼ ਜਪਜੀ ਸਾਹਿਬ ਜੀ ਦੇ ਵੱਧ ਤੋਂ ਵੱਧ ਪਾਠ ਕਰਨ ਵਾਸਤੇ ਕਹਿੰਦੇ ਹਨ। ਇਹ ਕਹਿੰਦਾ ਮੈਂ ਵੀ 2007 ਤੋਂ 30 ਜਪਜੀ ਸਾਹਿਬ ਜੀ ਦੇ ਪਾਠ ਕਰਦਾ ਰਿਹਾ ਹਾਂ। ਕੁਛ ਕੁ ਗੱਲਾਂ ਖਿਆਲ ਵਿੱਚ ਰੱਖਣ ਯੋਗ ਹਨ। ਸਭ ਤੋਂ ਪਹਿਲਾਂ ਤੇ ਜਿਹੜੇ ਬਾਹਰੋਂ ਧਾਰਮਿਕ ਗ੍ਰੰਥ ਪੜ੍ਹ ਕੇ ਧਾਰਮਿਕ ਹੋ ਜਾਂਦੇ ਹਨ, ਉਹਨਾਂ ਵਿੱਚ ਤੇ ਜਿਹੜੇ ਅੰਦਰੋਂ ਜਿਹਨੇ ਧਾਰਨ ਕੀਤਾ ਹੋਇਆ ਹੈ ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਹਨ, ਉਹਨਾਂ ਵਿੱਚ ਬਹੁਤ ਫਰਕ ਹੈ। ਪਰ ਜ਼ਿਆਦਾਤਰ ਲੋਕ ਉਹਨਾਂ ਦੀਆਂ ਗੱਲਾਂ ਜ਼ਿਆਦਾ ਮੰਨਦੇ ਹਨ ਜਿਹੜੇ ਬਾਹਰ ਧਾਰਮਿਕ ਪੁਸਤਕਾਂ ਪੜ੍ਹ ਕੇ, ਗ੍ਰੰਥ ਪੜ੍ਹ ਕੇ, ਵਿਚਾਰ ਕਰਕੇ, ਧਰਮ ਨੂੰ ਸਮਝ ਕੇ ਬਾਹਰੋਂ ਧਾਰਮਿਕ ਹੋਏ ਹਨ। ਐਸਾ ਕਿਉਂ ਹੁੰਦਾ ਹੈ? ਕਿਉਂਕਿ ਜ਼ਿਆਦਾ ਬਹੁ ਗਿਣਤੀ ਉਹਨਾਂ ਦੀ ਹੈ ਜਿਹੜੇ ਬਾਹਰ ਮੁਖੀ ਧਾਰਮਿਕ ਹਨ, ਅਤੇ ਪ੍ਰਚਾਰ ਵੀ ਉਹਨਾਂ ਦਾ ਹੀ ਜ਼ਿਆਦਾ ਹੈ। ਹੁਣ ਤੁਸੀਂ ਇਉਂ ਸੋਚੋ ਵੀ ਕਬੀਰ ਜੀ ਦੇ ਟਾਈਮ ਕਿੰਨੇ ਕੁ ਅੰਤਰਮੁਖੀ ਲੋਕ ਹੋਣਗੇ, ਜਾਂ ਬਾਬਾ ਨਾਨਕ ਜੀ ਨੂੰ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਏ ਸਨ, ਕਿੰਨੇ ਕੁ ਸਨ? ਬਾਹਰ ਮੁਖ ਤੇ ਬਹੁਤ ਸਨ, ਪੰਡਿਤ ਬਹੁਤ ਸਨ, ਵਿਦਵਾਨ ਬਹੁਤ ਸਨ, ਪ੍ਰਚਾਰਕ ਬਹੁਤ ਸਨ, ਕਥਾਵਾਚਕ ਬਹੁਤ ਸਨ, ਪਰ ਬਾਬਾ ਨਾਨਕ ਜੀ ਵਰਗੇ ਤੇ ਕੋਈ ਵੀ ਨਹੀਂ ਸੀ। ਫਿਰ ਜੇ ਬਹੁ ਗਿਣਤੀ ਦੇ ਵਿੱਚ ਜਿਹੜੇ ਪ੍ਰਚਾਰਕ ਹਨ, ਪ੍ਰਚਾਰ ਹੋ ਰਿਹਾ ਹੈ, ਉਹਦਾ ਪ੍ਰਭਾਵ ਜ਼ਿਆਦਾ ਹੀ ਪਵੇਗਾ, ਕਿਉਂਕਿ ਬਹੁ ਗਿਣਤੀ ਦੀ ਆਦਮੀ ਗੱਲ ਸੁਣਦਾ ਹੈ ਵੀ ਇੰਨੇ ਲੋਕ ਗਲਤ ਤਾਂ ਨਹੀਂ ਹੋ ਸਕਦੇ। ਬਲਕਿ ਜਿਹੜੇ ਮੇਰੇ ਨਾਲ ਰਹਿੰਦੇ ਹਨ, ਮੈਨੂੰ ਜਾਣਦੇ ਹਨ, ਕਈ ਵਾਰ ਉਹ ਵੀ ਕਹਿ ਦਿੰਦੇ ਹਨ ਵੀ ਤੁਸੀਂ ਇਕੱਲੇ ਹੀ ਠੀਕ ਹੋ, ਇੰਨੇ ਹਜ਼ਾਰਾਂ ਪ੍ਰਚਾਰਕ ਉਹ ਇੱਕੋ ਗੱਲ ਕਹਿ ਰਹੇ ਹਨ, ਪਾਠ ਕਰੋ ਵੱਧ ਤੋਂ ਵੱਧ, ਤੇ ਉਹ ਸਾਰੇ ਗਲਤ ਹਨ। ਫਿਰ ਸਿੱਖ ਜਗਤ ਦੇ ਵਿੱਚ ਨਹੀਂ ਐਸਾ ਕਹਿ ਰਹੇ ਹਨ, ਹਿੰਦੂਆਂ ਦੇ ਵਿੱਚ ਵੀ ਐਸਾ ਹੀ ਕਹਿੰਦੇ ਹਨ, ਮੰਤਰ ਪੜ੍ਹੋ, ਗਾਇਤਰੀ ਮੰਤਰ ਪੜ੍ਹੋ, ਗੀਤਾ ਦੇ ਪਾਠ ਕਰੋ। ਆ ਇਸਲਾਮ ਜਗਤ ਦੇ ਵਿੱਚ ਵੀ ਹੁਣ ਤਾਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਪ੍ਰਚਾਰ ਚੱਲਦਾ ਹੈ, ਅਤੇ ਉਹ ਵਾਰ-ਵਾਰ ਕਹਿੰਦੇ ਹਨ ਆਹ ਕਲਾਮ ਪੜ੍ਹੋ, ਤੁਹਾਡੇ ਉੱਤੇ ਕੋਈ ਦੁੱਖ ਤਕਲੀਫ ਨਾ ਆਵੇਗਾ, ਕੋਈ ਪਰੇਸ਼ਾਨੀ ਨਾ ਆਵੇਗੀ, ਕੋਈ ਸਮੱਸਿਆ ਨਾ ਆਵੇਗੀ, ਅੱਲਾਹ ਤਾਲਾ ਖੁਸ਼ ਹੋਵੇਗਾ। ਕੁਰਾਨ ਪੜ੍ਹੋ, ਈਸਾਈ ਕਹਿੰਦੇ ਹਨ ਬਾਈਬਲ ਪੜ੍ਹੋ, ਅਤੇ ਸਾਰੇ ਹੀ ਧਾਰਮਿਕ ਲੋਕ ਪੜ੍ਹਨ 'ਤੇ ਜ਼ੋਰ ਦਿੰਦੇ ਹਨ। ਪਰ ਜਿਹੜਾ ਜਾਣਦਾ ਹੈ ਨਾ, ਉਹ ਕਹਿੰਦਾ ਹੈ ਪੜ੍ਹਨਾ ਹੈ ਸਿਰਫ ਸਮਝਣ ਵਾਸਤੇ। ਜਿਹੜੀ ਗੱਲ ਕਹੀ ਗਈ ਹੈ ਨਾ, ਉਹ ਸਿਰਫ ਸਮਝਣ ਵਾਸਤੇ ਕਹੀ ਗਈ ਹੈ। ਜਿਵੇਂ ਮੈਂ ਕਹਿ ਰਿਹਾ ਹਾਂ ਤੁਹਾਨੂੰ ਕੁਛ, ਅਤੇ ਸਿਰਫ ਇਹ ਸ਼ਬਦਾਂ ਨੂੰ ਤੁਸੀਂ ਦੁਹਰਾਉਂਦੇ ਰਹੋ, ਜੋ ਕਿਹਾ ਗਿਆ ਉਹ ਨਾ ਕਰੋ, ਅਤੇ ਲਾਭ ਥੋੜ੍ਹੀ ਹੋਣਾ।
ਉਪਲਬਧੀ ਥੋੜ੍ਹੀ ਹੋਣੀ। ਹੁਣ ਜਿਵੇਂ ਆ ਵਾਰ-ਵਾਰ ਮੈਂ ਕਹਿੰਦਾ ਹਾਂ ਵੀ ਛੱਡਣ ਨਾਲ, ਤਿਆਗਣ ਨਾਲ ਕਿਰਪਾ ਹੋਣੀ ਹੈ। ਤੁਹਾਡੇ ਗੱਲ ਸਮਝ ਵਿੱਚ ਆਈ। ਤੁਸੀਂ ਹੌਲੀ ਹੌਲੀ ਧਿਆਨ ਨੂੰ ਬਾਹਰੋਂ ਛੱਡੋਗੇ। ਛੱਡਣਾ ਕੀ ਹੈ? ਧਿਆਨ। ਸੰਸਾਰ ਥੋੜ੍ਹੀ ਛੱਡਣਾ ਹੈ। ਸੰਸਾਰ ਨੂੰ ਛੱਡ ਕੇ ਵੀ ਕਿੱਥੇ ਜਾਓਗੇ? ਰਹਿਣਾ ਤਾਂ ਸੰਸਾਰ 'ਚ ਹੀ ਹੈ। ਬਾਹਰੋਂ ਧਿਆਨ। ਧਿਆਨ ਛੱਡਣ ਵਾਸਤੇ ਕੀ ਛੱਡਣਾ ਪਵੇਗਾ? ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਕੱਲ੍ਹ ਤੁਸੀਂ ਸੁਣ ਰਹੇ ਸੀ ਵੀ ਮਨ ਕੁਝ ਵੀ ਕਰਦਾ ਹੈ ਤੇ ਸੋਚਦਾ ਹੈ ਫਾਇਦਾ ਕੀ, ਲਾਭ ਕੀ। ਲਾਭ ਤੋਂ ਬਿਨਾਂ ਆਪਾਂ ਕੁਝ ਵੀ ਨਹੀਂ ਕਰਦੇ। ਅਤੇ ਜਿਹੜੀ ਲਾਭ ਦੀ ਗੱਲ ਸੋਚਦੇ ਹਨ ਉਹ ਪਾਠ ਜ਼ਿਆਦਾ ਕਰਦੇ ਹਨ, ਕਿਉਂਕਿ ਪਾਠ ਨਾਲ ਲਾਭ ਹੋਵੇਗਾ, ਫਾਇਦਾ ਹੋਵੇਗਾ। ਫਾਇਦੇ ਦੀਆਂ ਗੱਲਾਂ ਵੀ ਦੱਸਦੇ ਹਨ ਧਾਰਮਿਕ ਲੋਕ। ਐਸਾ ਨਹੀਂ ਹੈ ਵੀ ਲਾਭ ਦੀ ਗੱਲ ਬਾਬੇ ਨਾਨਕ ਨੇ ਨਹੀਂ ਕੀਤੀ ਹੈ, ਉਹਨਾਂ ਨੇ ਵੀ ਕੀਤੀ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਕਿਆ ਹੋਇਆ ਹੈ ਵੀ ਲਾਭ, ਵੀ ਜੇ ਅਸਲੀ ਧਨ ਪਾਉਣਾ ਹੈ, ਸਾਚਾ ਧਨ, ਉਹ ਤੁਹਾਡੇ ਅੰਦਰ ਹੈ। ਉਹਨੂੰ ਵੀ ਧਨ ਕਿਹਾ ਹੈ। ਜੇ ਹੀਰੇ ਨੂੰ ਪਾਉਣਾ ਹੈ, ਉਹ ਹੀਰਾ ਵਾਸਤਵਿਕ ਤੁਹਾਡੇ ਅੰਦਰ ਹੈ। ਰਤਨ ਪਾਉਣੇ ਹਨ, ਜਵਾਹਰਤ ਪਾਉਣੇ ਹਨ, ਮਾਣਕ ਪਾਉਣੇ ਹਨ। ਐਸੇ ਬਹੁਤ ਉਦਾਹਰਣ ਦਿੱਤੇ ਗਏ ਹਨ। ਐਸਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਸੰਸਾਰ ਦੀ ਭਾਸ਼ਾ ਦਾ ਪਤਾ ਹੈ। ਤੁਸੀਂ ਸੰਸਾਰ ਦੀ ਭਾਸ਼ਾ ਦੇ ਮੁਤਾਬਕ ਹੀ ਸੋਚ ਸਕਦੇ ਹੋ। ਹੁਣ ਜਿਵੇਂ ਸਮਝ ਲਵੋ ਵੀ ਇੱਧਰ ਕਿਹਾ ਜਾਵੇ ਵੀ ਤੁਹਾਨੂੰ ਕੁਛ ਵੀ ਨਹੀਂ ਮਿਲਣਾ ਹੈ ਅਤੇ ਚੱਲੋ ਮੇਰੇ ਨਾਲ। ਤੁਸੀਂ ਕਹੋਗੇ ਚੱਲਣਾ ਕਿਉਂ, ਜਦੋਂ ਮਿਲਣਾ ਹੀ ਕੁਝ ਨਹੀਂ ਹੈ? ਫਿਰ ਚੱਲਣਾ ਹੀ ਕਿਉਂ ਹੈ ਤੁਹਾਡੇ ਨਾਲ? ਕਿਉਂ ਚੱਲੀਏ? ਅਤੇ ਫਿਰ ਕਿਹਾ ਜਾਂਦਾ ਹੈ ਮਿਲੂਗਾ ਤੁਹਾਨੂੰ, ਸ਼ਾਂਤੀ ਮਿਲੂਗੀ, ਸੁੱਖ ਮਿਲੂਗਾ, ਆਨੰਦ ਮਿਲੂਗਾ, ਬਹੁਤ ਲਾਭ ਮਿਲੂਗਾ। ਐਸਾ ਕਿਹਾ ਜਾਂਦਾ ਹੈ। ਤੁਹਾਡੇ ਗੱਲ ਸਮਝ ਵਿੱਚ ਆਉਂਦੀ ਹੈ। ਸ਼ਾਂਤੀ ਤੁਸੀਂ ਚਾਹੁੰਦੇ ਹੋ। ਸ਼ਾਂਤੀ ਫਿਰ ਬਾਹਰੋਂ ਮਿਲਦੀ ਨਹੀਂ ਹੈ, ਪੈਸੇ ਦੁਆਰਾ, ਧਨ ਦੁਆਰਾ। ਕਿਹਨੂੰ ਮਿਲੀ ਸ਼ਾਂਤੀ, ਆਨੰਦ? ਇਹ ਪੈਸੇ ਦੁਆਰਾ ਨਹੀਂ ਮਿਲਦੀ। ਦਰਅਸਲ ਅਗਰ ਤੁਸੀਂ ਸਹੀ ਸਮਝੋ, ਜੋ ਵਾਸਤਵਿਕ ਦੇ ਵਿੱਚ ਹੈ ਨਾ ਸੱਚ, ਉਹ ਪੈਸੇ ਦੁਆਰਾ ਨਹੀਂ ਮਿਲਦਾ ਹੈ। ਪੈਸੇ ਦੁਆਰਾ ਖਰੀਦਿਆ ਨਹੀਂ ਜਾ ਸਕਦਾ। ਕਹਿੰਦੇ ਹਨ ਵੀ ਇੱਕ ਵਾਰ ਜੈਨੀਆਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਕਹਾਣੀ ਹੈ ਵੀ ਮਹਾਵੀਰ ਇੱਕ ਸਮਰਾਟ ਦੇ ਕੋਲ ਬੈਠੇ ਸਨ ਅਤੇ ਸਮਰਾਟ ਪੁੱਛਣ ਲੱਗਾ ਵੀ ਤੁਹਾਨੂੰ ਉਹ ਮਿਲ ਗਿਆ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ? ਸ਼ਾਂਤੀ, ਆਨੰਦ ਤੋਂ ਮੈਨੂੰ ਵੀ ਦੇ ਦਿਓ, ਮੇਰੇ ਕੋਲ ਨਹੀਂ ਹੈ। ਉਹ ਧਨ ਜਿਹਦੀ ਤੁਸੀਂ ਗੱਲ ਕਰਦੇ ਹੋ, ਪਰਮ ਧਨ ਤੁਹਾਨੂੰ ਮਿਲ ਗਿਆ ਹੈ ਅਤੇ ਮੈਨੂੰ ਵੀ ਦੇ ਦਿਓ, ਮੇਰੇ ਕੋਲ ਬਹੁਤ ਪੈਸਾ ਹੈ, ਬਹੁਤ ਹੀਰੇ ਜਵਾਹਰਾਤ ਹਨ, ਜੋ ਵੀ ਤੁਸੀਂ ਕਹੋਗੇ ਮੈਂ ਦੇਣ ਨੂੰ ਤਿਆਰ ਹਾਂ, ਮੈਨੂੰ ਦੇ ਦਿਓ ਉਹ ਧਿਆਨ ਜਿਹੜਾ ਤੁਹਾਨੂੰ ਮਿਲਿਆ ਹੈ। ਉਹਨਾਂ ਨੇ ਦੇਖਿਆ ਸਮਰਾਟ ਵੱਲ ਵੀ ਇਹਨੇ ਗੱਲ ਸਮਝ ਵਿੱਚ ਨਹੀਂ ਆਉਣੀ ਹੈ ਜੇ ਅਸੀਂ ਕਿਹਾ ਇਹਨੂੰ, ਤਾਂ ਉਹਨਾਂ ਨੇ ਇਸ਼ਾਰਾ ਕੀਤਾ ਆਪਣੇ ਇੱਕ ਗਰੀਬ ਸ਼ਿਸ਼ ਵੱਲ ਵੀ ਉਹਨੂੰ ਮਿਲ ਗਿਆ ਹੈ,
ਉਹ ਬਹੁਤ ਗਰੀਬ ਹੈ ਤੇ ਉਹਦੇ ਕੋਲ ਜਾ ਕੇ ਤੂੰ ਲੈ ਲਾ। ਸਮਰਾਟ ਉਸੇ ਵੇਲੇ ਆਪਣੇ ਨਾਲ ਅਹਿਲਕਾਰਾਂ ਨੂੰ ਲੈ ਕੇ ਉੱਥੇ ਚਲੇ ਗਿਆ। ਗਰੀਬ ਦੇਖ ਕੇ ਹੈਰਾਨ ਹੋ ਗਿਆ ਵੀ ਸਮਰਾਟ ਮੇਰੀ ਝੌਂਪੜੀ 'ਚ ਆ ਗਿਆ, ਕੀ ਹੋਇਆ? ਹੱਥ ਜੋੜ ਕੇ ਖੜਾ ਹੋ ਗਿਆ। ਗਰੀਬ ਸੀ। ਸਮਰਾਟ ਕਹਿੰਦਾ ਤੈਨੂੰ ਕਹਿੰਦੇ ਮਿਲ ਗਿਆ ਖਜ਼ਾਨਾ ਧਿਆਨ ਦਾ। ਉਹਨੇ ਕਿਹਾ ਤੁਹਾਨੂੰ ਕਿਹਨੇ ਦੱਸਿਆ? ਕਹਿੰਦੇ ਤੁਹਾਡੇ ਗੁਰੂ ਨੇ ਦੱਸਿਆ ਵੀ ਲੈ ਪੈਸੇ ਜਿੰਨੇ ਚਾਹੀਦੇ ਤੂੰ ਲੈ ਲਾ, ਸਾਨੂੰ ਦੇ ਦੇ। ਉਹ ਕਹਿੰਦਾ ਮੇਰੇ ਗੁਰੂ ਨੇ ਤੁਹਾਨੂੰ ਮਜ਼ਾਕ ਕੀਤੀ ਹੈ, ਇਹ ਦਿੱਤਾ ਨਹੀਂ ਜਾ ਸਕਦਾ, ਨਾ ਇਹ ਖੋਇਆ ਜਾ ਸਕਦਾ, ਇਹ ਖੋਇਆ ਵੀ ਨਹੀਂ ਜਾ ਸਕਦਾ। ਤੁਸੀਂ ਜ਼ਬਰਦਸਤੀ ਮੇਰੇ ਕੋਲ ਖੋ ਵੀ ਨਹੀਂ ਸਕਦੇ ਹੋ, ਮੈਨੂੰ ਮਾਰ ਸਕਦੇ ਹੋ, ਪਰ ਇਹ ਧਨ ਤੁਹਾਨੂੰ ਨਹੀਂ ਮਿਲੇਗਾ, ਇਹ ਖਜ਼ਾਨਾ ਨਹੀਂ ਮਿਲੇਗਾ, ਧਿਆਨ ਨਹੀਂ ਮਿਲੇਗਾ, ਨਾ ਇਹ ਖਰੀਦਿਆ ਜਾ ਸਕਦਾ। ਵਾਸਤਵਿਕ ਦੇ ਵਿੱਚ ਇਹ ਕੁਛ ਐਸਾ ਹੈ, ਇਹ ਸੰਸਾਰਿਕ ਧਨ ਤੋਂ ਬਿਲਕੁਲ ਵਿਪਰੀਤ ਹੈ। ਦਰਅਸਲ ਸੰਸਾਰੀ ਵਿਚਾਰਧਾਰਾ ਤੋਂ ਹੀ ਵਿਪਰੀਤ ਹੈ। ਸੰਸਾਰਿਕ ਖਿਆਲ ਦੇ ਵਿੱਚ ਹੀ ਇਹ ਗੱਲ ਨਹੀਂ ਆਉਂਦੀ ਹੈ ਜੋ ਮਿਲਦਾ ਹੈ। ਇੱਕ ਹੋਰ ਘਟਨਾ ਦੁਆਰਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਕਹਿੰਦੇ ਜਦੋਂ ਗੌਤਮ ਬੁੱਧ ਨੂੰ ਗਿਆਨ ਹੋਇਆ ਤੇ ਕਿਸੇ ਨੇ ਪੁੱਛਿਆ ਤੁਹਾਨੂੰ ਕੀ ਮਿਲਿਆ? ਵੀ ਤੁਸੀਂ ਕਹਿੰਦੇ ਮਿਲ ਗਿਆ, ਤੁਹਾਡੇ ਸ਼ਿਸ਼ ਵੀ ਕਹਿੰਦੇ ਹਨ ਇਹਨਾਂ ਨੂੰ ਮਿਲ ਗਿਆ, ਪਰ ਮਿਲਿਆ ਕੀ ਤੁਹਾਨੂੰ? ਉਹ ਕਹਿੰਦੇ ਮਿਲਿਆ ਤੇ ਕੁਝ ਵੀ ਨਹੀਂ ਹੈ, ਖੋਇਆ ਬਹੁਤ ਕੁਛ। ਫਿਰ ਕਹਿੰਦੇ ਇੰਨਾ ਕੁਛ ਖੋਇਆ, ਉੱਦਾਂ ਹੀ ਖੋਇਆ, ਮੂਰਖਤਾ ਕੀਤੀ, ਬੇਸਮਝੀ ਕੀਤੀ, ਰਾਜ ਮਹਿਲ ਤਿਆਗ ਦਿੱਤੇ, ਘਰ ਦੁਆਰ ਤਿਆਗ ਦਿੱਤਾ, ਜੰਗਲਾਂ 'ਚ ਭਟਕੇ, ਕਾਹਦੇ ਵਾਸਤੇ ਜੋ ਮਿਲਿਆ ਹੀ ਕੁਝ ਨਹੀਂ। ਕਹਿੰਦੇ ਬਸ ਇੱਕ ਗੱਲ ਦਾ ਪਤਾ ਲੱਗਾ ਹੈ, ਉਹ ਹੀ ਮਿਲਿਆ ਹੈ ਜਿਹੜਾ ਪਹਿਲਾਂ ਹੀ ਮੇਰੇ ਕੋਲ ਸੀ। ਉਹਦਾ ਪਤਾ ਲੱਗਾ ਹੈ ਵੀ ਇਹ ਤਾਂ ਪਹਿਲਾਂ ਹੀ ਮੇਰੇ ਕੋਲ ਸੀ ਅਤੇ ਉਹ ਹੀ ਮਿਲਿਆ ਹੈ। ਹੁਣ ਜਿਹੜਾ ਪਹਿਲਾਂ ਹੀ ਕੋਲ ਸੀ, ਅੰਦਰੇ ਹੀ ਸੀ, ਉਹ ਹੀ ਮਿਲਿਆ ਹੈ। ਹੋਰ ਬਾਹਰੋਂ ਦੇਖਣ ਨੂੰ ਤਾਂ ਕੁਛ ਵੀ ਨਹੀਂ ਮਿਲਿਆ, ਉੱਦਾਂ ਹੀ ਬੈਠੇ ਹੋਏ ਹਨ ਦਰਖਤ ਦੇ ਥੱਲੇ। ਪਰ ਉਹ ਮਿਲ ਜਾਵੇ ਨਾ, ਫਿਰ ਆਦਮੀ ਦੀ ਪੂਰਨ ਸੰਤੁਸ਼ਟੀ ਅਤੇ ਤ੍ਰਿਪਤੀ ਹੋ ਜਾਂਦੀ। ਕੁਛ ਪਾਉਣ ਨੂੰ ਬਾਕੀ ਰਹਿ ਹੀ ਨਹੀਂ ਜਾਂਦਾ ਹੈ ਦੁਨੀਆ ਦੇ ਵਿੱਚ। ਉਹ ਸਮਰਾਟਾਂ ਦਾ ਸਮਰਾਟ ਸ਼ਹਿਨਸ਼ਾਹ, ਉਹਦੇ ਚਿਹਰੇ ਵੱਲ ਦੇਖੋਗੇ ਨਾ ਤੁਹਾਨੂੰ ਲੱਗੇਗਾ ਵੀ ਇਹਨੂੰ ਕੁਛ ਪਾਉਣ ਨੂੰ ਬਾਕੀ ਰਹਿ ਹੀ ਨਹੀਂ ਗਿਆ ਲੱਗਦਾ। ਰਾਜੇ ਦਾ ਵੀ ਭਾਵ ਇਹ ਹੁੰਦਾ ਅਰਥ, ਰੱਜਿਆ ਹੋਇਆ ਹੈ, ਤ੍ਰਿਪਤ ਹੈ। ਇਹ ਜੋ ਅੰਦਰ ਹੈ ਨਾ ਮਿਲਦਾ ਹੈ, ਇਹ ਲੋਭ ਕਰਕੇ, ਲਾਲਚ ਕਰਕੇ, ਫਾਇਦੇ ਕਰਕੇ ਨਹੀਂ ਮਿਲਦਾ। ਫਾਇਦੇ ਦੀ ਭਾਸ਼ਾ ਬਾਹਰ ਸੰਸਾਰ ਦੀ ਹੈ, ਪਰ ਪਹਿਲੇ ਕਦਮ ਉੱਪਰ ਚੱਲਣ ਵਾਸਤੇ ਇਹ ਜ਼ਰੂਰ ਕਿਹਾ ਜਾਂਦਾ ਹੈ ਵੀ ਤੁਸੀਂ ਧਿਆਨ ਕਰੋਗੇ, ਚਿੰਤਨ ਕਰੋਗੇ ਪ੍ਰਭੂ ਦਾ, ਤੇ ਤੁਹਾਨੂੰ ਸ਼ਾਂਤੀ ਮਿਲੂਗੀ, ਆਨੰਦ ਮਿਲੂਗਾ। ਚਲੋ ਚਿੰਤਨ ਕਰੋਗੇ, ਸ਼ਾਂਤੀ ਤੇ ਮਿਲੂਗੀ। ਥੋੜ੍ਹਾ ਲਾਲਚ ਦਿੱਤਾ ਜਾਂਦਾ ਵੀ ਕੁਛ ਮਿਲੂਗਾ, ਜਿਵੇਂ ਭਗਤ ਫਰੀਦ ਦੀ ਮਾਈ ਨੇ ਲਾਲਚ ਦਿੱਤਾ ਸੀ ਨਾ ਸ਼ੱਕਰ ਦਾ, ਅਤੇ ਲਾਲਚ ਕਰਕੇ ਫਰੀਦ ਲੱਗ ਪਿਆ ਸੀ। ਲੱਗ ਤੇ ਪਿਆ, ਬਾਅਦ 'ਚ ਤੁਸੀਂ ਦੇਖਦੇ ਹੀ ਉਹਨਾਂ ਦੇ ਜੀਵਨ ਨੂੰ, ਕਿੰਨੀ ਘਾਲਣਾ ਘਾਲੀ ਉਹਨਾਂ ਨੇ। ਪਹਿਲੇ ਪਹਿਲ ਇਹ ਕਿਹਾ ਜਾਂਦਾ ਹੈ ਕਿਸੇ ਨੂੰ ਚਲਾਉਣ ਵਾਸਤੇ ਵੀ ਤੁਹਾਨੂੰ ਉਹ ਐਸਾ ਮਿਲ ਜਾਵੇ। ਮਿਲਦਾ ਵੀ ਹੈ। ਦਰਅਸਲ ਖਿਆਲ ਵਿੱਚ ਰੱਖਣ ਦੀ ਗੱਲ ਇਹ ਹੈ ਵੀ ਜਦੋਂ ਉਹ ਪਰਮ ਮਿਲਦਾ ਹੈ ਨਾ, ਉਦੋਂ ਪਤਾ ਲੱਗਦਾ ਹੈ ਵੀ ਇਹ ਉਦੋਂ ਮਿਲਦਾ ਹੈ
ਜਦੋਂ ਲੋਭ ਲਾਲਚ ਦੀ ਕੋਈ ਗੱਲ ਹੀ ਨਹੀਂ ਹੁੰਦੀ ਖਿਆਲ ਵਿੱਚ, ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਨਿ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀ ਭਈ ਕੰਮ ਨਹੀਂ ਆਣੀ। ਲੱਭ ਲੋਭ ਦਾ ਕਰਕੇ ਨਹੀਂ ਮਿਲਦਾ। ਤੇ ਲੋਕ ਧਾਰਮਿਕ ਕਰਮ ਕਾਹਦੇ ਵਾਸਤੇ ਕਰਦੇ ਹਨ? ਲੱਭ ਲੋਭ ਵਾਸਤੇ। ਕੁਛ ਮਿਲੂਗਾ, ਧਾਰਮਿਕ ਲੋਕ ਵੀ ਇਉਂ ਕਹਿੰਦੇ ਹਨ। ਤੋ ਜਦੋਂ ਨਹੀਂ ਮਿਲਦਾ ਹੈ ਉਹਨਾਂ ਨੂੰ ਇਹ ਖਿਆਲ ਵਿੱਚ ਤੇ ਆਉਂਦਾ ਨਹੀਂ। ਫਿਰ ਦੂਸਰੀ ਗੱਲ ਇਹ ਹੈ ਵੀ ਲੋਭ ਦਾ ਕਰਕੇ, ਲਾਲਚ ਦਾ ਕਰਕੇ ਅਗਰ ਤੁਸੀਂ ਧਾਰਮਿਕ ਕਰਮ ਵੀ ਕਰਦੇ ਹੋ, ਪਾਠ ਪੂਜਾ ਚਿੰਤਨ ਸਿਮਰਨ ਵੀ ਕਰਦੇ ਹੋ, ਉਹ ਲੋਭ ਦਾ ਕਰਕੇ ਹੀ ਮਨ ਸ਼ਾਂਤ ਨਹੀਂ ਹੋਵੇਗਾ। ਅੱਜ ਹੀ ਇੱਕ ਗੁਰਮੁਖ ਪਿਆਰਾ ਕਹਿ ਰਿਹਾ ਸੀ, ਮੈਨੂੰ ਹੁਣ ਤੁਹਾਡੀ ਗੱਲ ਸਮਝ ਵਿੱਚ ਆਈ ਹੈ ਵੀ ਆਸਾ ਜਿਹੜੀ ਹੈ ਇਹ ਮਨ ਨੂੰ ਟਿਕਣ ਨਹੀਂ ਦਿੰਦੀ। ਮੈਂ ਬਹੁਤ ਵਾਰਾਂ ਕਿਹਾ ਹੈ ਨਾ, ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧ ਕਾਰੀ, ਇਹੋ ਬੰਧਨ ਹੈ। ਆਸਾ ਕਰਕੇ ਮਨਸਾ ਕਰਕੇ ਕਰਮ ਕੀਤਾ ਹੋਇਆ ਬੰਧ ਲੈਂਦਾ ਹੈ, ਇਹਦਾ ਕਰਕੇ ਮਨ ਟਿਕਦਾ ਨਹੀਂ। ਅਗਰ ਤੁਸੀਂ ਧਿਆਨ ਦੇ ਵਿੱਚ ਬੈਠ ਕੇ ਕੁਛ ਸੋਚਦੇ ਹੋ, ਕੁਛ ਮਿਲੂਗਾ ਕੁਛ ਮਿਲੂਗਾ ਕੁਛ ਮਿਲੂਗਾ, ਤੇ ਮਨ ਤੇ ਚੱਲਦਾ ਹੀ ਰਹੇਗਾ ਨਾ, ਮਿਲਣ ਦੀ ਵਾਸ਼ਨਾ ਕਰਕੇ ਚੱਲਦਾ ਰਹੇਗਾ। ਤੋ ਮਿਲਦਾ ਉਦੋਂ ਹੈ ਜਦੋਂ ਚਾਹਤ ਨਹੀਂ ਹੁੰਦੀ ਕੁਛ ਮਿਲੂਗਾ, ਕਿਉਂਕਿ ਜਦੋਂ ਚਾਹਤ ਨਹੀਂ ਹੁੰਦੀ ਉਦੋਂ ਮਨ ਨਹੀਂ ਹੁੰਦਾ। ਮਨ ਚਾਹਤ ਦੇ ਸਹਾਰੇ ਜੀਂਦਾ ਹੈ, ਚੁਆਇਸ ਦੇ ਸਹਾਰੇ ਜੀਂਦਾ ਹੈ। ਤੇ ਧਾਰਮਿਕ ਲੋਕ ਵੀ ਚਾਹਤ ਨੂੰ ਮੁਕਤ ਥੋੜ੍ਹੀ ਕਰਦੇ ਹਨ। ਹੁਣ ਪੰਜ ਪਿਆਰੇ ਜਦੋਂ ਗੁਰੂ ਦੇ ਸਨਮੁਖ ਸਿਰ ਰੱਖਦੇ ਹਨ, ਉੱਥੇ ਇਹ ਥੋੜ੍ਹੇ ਕਹਿੰਦੇ ਹਨ ਵੀ ਸਾਨੂੰ ਕੁਛ ਮਿਲੂਗਾ। ਉਹ ਤਾਂ ਮਿਟਣ ਆਏ ਸੀ, ਅਤੇ ਜਦੋਂ ਸਾਰਾ ਕੁਛ ਗਵਾਤਾ, ਘਰ ਬਾਰ ਤੇ ਛੱਡ ਕੇ ਆਏ ਸਨ, ਜਦੋਂ ਮਿਟਣ ਨੂੰ ਤਿਆਰ ਹੋ ਗਏ, ਮਿਟ ਗਏ, ਉਦੋਂ ਮਿਲਿਆ। ਦੇਖੋ ਤੁਸੀਂ ਇਹਦਾ ਕੀ ਭਾਵ ਹੈ ਵੀ ਜਦੋਂ ਸਭ ਕੁਛ ਹੀ ਤਿਆਗ ਦਿੱਤਾ, ਚਾਹਤ ਵੀ ਤਿਆਗ ਦਿੱਤੀ, ਲੱਭ ਲੋਭ ਵੀ ਤਿਆਗ ਦਿੱਤਾ, ਵੀ ਕੁਛ ਵੀ ਨਹੀਂ ਹੈ, ਉਦੋਂ ਮਿਲਦਾ ਹੈ, ਕਿਉਂਕਿ ਉਹ ਅੰਦਰੇ ਹੀ ਹੈ, ਬਾਹਰ ਨਹੀਂ ਹੈ।